ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੁਣ ਰਹੇ ਹੋ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਅਨ ਖਬਰਾਂ ਪੰਜਾਬੀ ਦੇ ਵਿੱਚ। ਜੇਕਰ ਤੁਸੀਂ ਇਟਾਲੀਅਨ ਸਿੱਖਣਾ ਚਾਹੁੰਦੇ ਹੋ ਅਤੇ ਇਟਾਲੀਅਨ A2 ਦਾ ਪੇਪਰ ਦੇਣਾ ਚਾਹੁੰਦੇ ਹੋ, ਉਹਦੀ ਤਿਆਰੀ ਕਰਨਾ ਚਾਹੁੰਦੇ ਹੋ ਤਾਂ ਰਣਜੀਤ ਮੈਡਮ ਦੇ ਨਾਲ ਕੰਟੈਕਟ ਕਰੋ। 18 ਅਪ੍ਰੈਲ ਤੋਂ ਜਿਹੜੀਆਂ ਨਵੀਆਂ ਕਲਾਸਾਂ, ਨਵਾਂ ਬੈਚ ਸ਼ੁਰੂ ਹੋਣ ਜਾ ਰਿਹਾ ਜੀ, ਉਹਦੇ ਨਾਲ ਤੁਸੀਂ ਕੰਟੈਕਟ ਕਰਨ ਦੇ ਲਈ 353 322 1908 ਤੇ ਟੈਲੀਫੋਨ ਕਰੋ ਅਤੇ ਆਪਣਾ A2 ਦੀ ਜਿਹੜੀ ਸਟੱਡੀ ਕਰਨੀ ਸ਼ੁਰੂ ਕਰ ਦਿਓ ਜੀ। ਵੱਧਦੇ ਹਾਂ ਜੀ ਆਪਣੇ ਅਗਲੇ ਅਪਡੇਟਾਂ ਵੱਲ। ਸਭ ਤੋਂ ਪਹਿਲਾਂ ਜਿਹੜਾ ਅਪਡੇਟ ਆ ਰਿਹਾ ਜੀ, ਉਹ ਅਪਡੇਟ ਆ ਰਿਹਾ ਜੀ ਕਿ ਫਿਰੈਂਸੇ ਦੇ ਵਿੱਚ ਇੱਕ ਬੰਦਾ ਜੋ ਕਿ ਨਸ਼ਾ ਵੇਚ ਰਿਹਾ ਸੀ, ਉਹਨੂੰ ਰੋਕਿਆ ਗਿਆ ਅਤੇ ਰੋਕਣ ਦੇ ਲਈ ਪੁਲਿਸ ਨੇ ਉਹਨੂੰ ਢਾਹ ਕੇ ਚੰਗਾ ਕੁੱਟਿਆ ਜੀ, ਕੁੱਟ ਕਟਾਪਾ ਕੀਤਾ। ਪੁਲਿਸ ਦੇ ਨਾਲ ਜਿਹੜੇ ਸਿਵੀਲੀਅਨ ਸੀ ਉਹਨਾਂ ਨੇ ਵੀ ਆ ਕੇ ਉਸ ਬੰਦੇ ਨੂੰ ਕੁੱਟਿਆ। ਹੁਣ ਕਾਰਨ ਇਹ ਦੱਸਿਆ ਜਾ ਰਿਹਾ ਕਿ ਇਹ ਬੰਦਾ ਵੇਚਦਾ ਸੀ ਨਸ਼ਾ, ਅਤੇ ਜਿਸ ਕਾਰਨ ਉੱਥੇ ਦੇ ਲੋਕ ਵੀ ਤੰਗ ਸੀ ਅਤੇ ਸਾਰਿਆਂ ਨੇ ਰਲ ਕੇ ਇਸ ਦਾ ਕਟਾਪਾ ਕੀਤਾ। ਅਗਲਾ ਅਪਡੇਟ ਆ ਰਿਹਾ ਜੀ ਆਪਣਾ ਪਿਸਕਾਰਾ ਤੋਂ। ਪਿਸਕਾਰਾ ਦੇ ਵਿੱਚ ਇੱਕ ਬੰਦਾ ਜੋ ਇੱਕ ਜਗ੍ਹਾ 'ਤੇ, ਇੱਕ ਖਾਣ ਵਾਲੀ ਜਗ੍ਹਾ ਜਿਹਨੂੰ ਅਸੀਂ ਬਾਰ ਕਹਿੰਦੇ ਹਾਂ, ਬਾਰ 'ਤੇ ਸੀਗਾ ਅਤੇ ਉੱਥੇ ਉਡੀਕ ਰਿਹਾ ਸੀ ਆਪਣੀ ਵਾਰੀ, ਅਤੇ ਉਹਦੀ ਜਿਹੜੀ ਵਾਰੀ ਆ ਬਹੁਤ ਹੀ ਜ਼ਿਆਦਾ ਲੇਟ ਆਈ ਅਤੇ ਲੇਟ ਹੋਣ ਦੇ ਕਾਰਨ ਉਹਨੂੰ ਖਿੱਚ ਇੰਨੀ ਚੜ੍ਹੀ ਕਿ ਉਹ ਅੰਦਰ ਗਿਆ ਅਤੇ ਉਹਨੇ ਕਿਹਾ ਕਿ ਮੈਨੂੰ ਇੰਨਾ ਲੇਟ ਕਿਉਂ ਰੋਕਿਆ ਗਿਆ। ਅਤੇ ਉਸ ਤੋਂ ਬਾਅਦ ਉਸ 29 ਸਾਲ ਦਾ ਜੋ ਅਬਰੂਤਸੋ ਦੇ ਵਿੱਚ ਰਹਿ ਰਿਹਾ ਸੀ ਬੰਦਾ, ਉਸ ਨੇ ਕੀ ਕੀਤਾ, ਬਾਰ ਵਾਲੇ ਬੰਦੇ 'ਤੇ ਮਾਰੀਆਂ ਗੋਲੀਆਂ, 2 ਜਾਂ 3 ਗੋਲੀਆਂ ਮਾਰੀਆਂ, ਜਿਸ ਨਾਲ ਐਂਬੂਲੈਂਸ ਨੂੰ ਬੁਲਾਇਆ ਗਿਆ। ਉਹ ਬੰਦਾ ਐਮਰਜੈਂਸੀ ICU ਦੇ ਵਿੱਚ ਹੈ। ਗੋਲੀਆਂ ਮਾਰਨ ਤੋਂ ਬਾਅਦ ਇਹ ਬੰਦਾ ਸਵਿਸ ਵੱਲ ਨੂੰ ਦੌੜਨ ਲੱਗ ਗਿਆ ਜੀ। ਜਿਸ ਟਾਈਮ ਸਵਿਸ ਵੱਲ ਨੂੰ ਦੌੜਿਆ ਜੀ, ਉਸ ਤੋਂ ਬਾਅਦ ਕੀ ਹੋਇਆ ਜੀ, ਇਸ ਨੂੰ ਟੈਕਸੀ ਵਾਲਿਆਂ ਨੂੰ ਉਹਨਾਂ ਨੇ, ਪੁਲਿਸ ਨੇ ਫੋਨ ਕੀਤਾ ਅਤੇ ਉਸ ਤੋਂ ਬਾਅਦ ਇਸ ਨੂੰ ਰੋਕ ਲਿਆ ਗਿਆ, ਇਸ ਨੂੰ ਫੜ ਲਿਆ ਗਿਆ ਅਤੇ ਹੁਣ ਇਹ ਬੰਦਾ ਫੜ ਹੋ ਗਿਆ ਜੀ ਅਤੇ ਇਹਦੇ ਸਿਰ ਕੇਸ ਹੋਊਗਾ। ਕੇਸ ਵੀ ਇਰਾਦਾ ਕਤਲ ਦਾ ਹੋਊਗਾ। ਹੁਣ ਦੇਖਦੇ ਇਹਨੂੰ ਹਰਜਾਨਾ ਵੀ ਸ਼ਾਇਦ ਭਰਨਾ ਪਊਗਾ। ਅਗਲਾ ਆਪਣਾ ਅਪਡੇਟ ਆ ਰਿਹਾ ਜੀ ਫੁਰਲੀ ਤੋਂ। ਫੁਰਲੀ ਦੇ ਵਿੱਚ ਇੱਕ ਬੰਦੇ ਨੇ ਆਪਣੀ ਸਹੇਲੀ ਨੂੰ ਬੁਲਾਇਆ ਅਤੇ ਬੁਲਾ ਕੇ ਉਹਨੂੰ ਹਥੌੜੀਆਂ ਦੇ ਨਾਲ ਉਹਨੂੰ ਬਹੁਤ ਬੇਰਹਿਮੀ ਦੇ ਨਾਲ ਕੁੱਟਿਆ। ਉਸ ਤੋਂ ਬਾਅਦ ਆਪਣੇ ਆਪ ਨੂੰ ਵੀ ਮਾਰਨ ਦੀ ਕੋਸ਼ਿਸ਼ ਕੀਤੀ। ਆਪਣੇ ਢਿੱਡ ਦੇ ਵਿੱਚ ਚਾਕੂ ਮਾਰਨ ਹੀ ਲੱਗਾ ਸੀ ਕਿ ਉੱਥੇ ਜਿਹੜੇ ਬਿਜਲੀ ਦਲ ਫੋਕ, ਐਂਬੂਲੈਂਸ 118 ਵਾਲੇ, ਫਾਇਰ ਬ੍ਰਿਗੇਡ ਵਾਲੇ, ਪੁਲਿਸ ਸਾਰੇ ਪਹੁੰਚ ਗਏ ਅਤੇ ਉਸ ਬੰਦੇ ਨੂੰ ਫੜ ਲਿਆ। ਇਹ ਉਹ ਬੰਦਾ ਜੀ ਜਿਹਨੇ ਆਪਣੀ ਇੱਕ ਸਹੇਲੀ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਹ ਕਾਰਨ ਕੀ ਹੈ ਜਿਨ੍ਹਾਂ ਦੇ ਕਾਰਨ ਮਾਰਨ ਦੀ ਕੋਸ਼ਿਸ਼ ਕੀਤੀ, ਇਹ ਫਿਲਹਾਲ ਹੁਣ ਸਾਹਮਣੇ ਨਹੀਂ ਆਇਆ। ਉਸ ਤੋਂ ਬਾਅਦ ਅਗਲਾ ਅਪਡੇਟ ਚੱਲਦਾ ਜੀ। ਅਗਲਾ ਅਪਡੇਟ ਆ, ਜੇਕਰ ਤੁਹਾਡੇ ਕੋਲ ਗੱਡੀ ਹੈ ਤਾਂ ਇਸ ਖਬਰ ਨੂੰ ਜ਼ਰੂਰ ਸੁਣੋ। ਜੇਕਰ ਤੁਹਾਡੇ ਕੋਲ ਗੱਡੀ ਹੈ, ਬੰਦਾ ਬਹੁਤ ਹੀ ਮਿਹਨਤਾਂ ਮੁਸ਼ੱਕਤਾਂ ਦੇ ਨਾਲ ਗੱਡੀ ਲੈਂਦਾ, ਪਰ ਗੱਡੀ ਦੇ ਨਾਲ ਇੱਕ ਟੈਕਸ ਵੀ ਹੁੰਦਾ ਜਿਸ ਨੂੰ ਬੋਲੋ ਕਹਿੰਦੇ ਆ। ਏਜੰਸੀਆਂ ਦੇ ਲਈ ਇਤਰਾਤੇ ਆ। ਹੁਣ ਕੀ ਕਰ ਰਹੀ ਹੈ ਜੀ, ਹੁਣ ਦੇਖਿਆ ਵੀ ਡੀਜ਼ਲਾਂ ਦੇ ਰੇਟ ਵੱਧ ਰਹੇ, ਪੈਟਰੋਲ ਦੇ ਰੇਟ ਵੱਧ ਰਹੇ, ਚਾਹੇ ਸਰਕਾਰ ਨੇ ਸਬਸਿਡੀ ਦਿੱਤੀ ਆ, ਪਰ ਉਹ ਕੀ ਕਰ ਰਿਹਾ ਜੀ, ਉਹ ਹੁਣ ਜੇਕਰ ਤੁਸੀਂ ਆਪਣੀਆਂ ਪੁਰਾਣੀਆਂ ਬੋਲੋਆਂ ਤਾਰੀਆਂ ਵੀ ਆ, ਤੁਹਾਡੇ ਕੋਲ ਉਹਦੀਆਂ ਰਸੀਦਾਂ ਨਹੀਂ ਹੈਗੀਆਂ ਤਾਂ ਉਹ ਸਾਂਭ ਕੇ ਰੱਖੋ, ਜਾਂ ਫਿਰ ਆਪਣੇ ਕੋਲ ਰਿਕਾਰਡ ਰੱਖੋ। ਕੈਸ਼ ਵਿੱਚ ਨਾ ਤਾਰੋ, ਆਪਣੇ ਬੈਂਕ ਰਾਹੀਂ ਤਾਰੋ, ਕਿਉਂਕਿ ਉਹਦੇ ਵਿੱਚ ਤੁਹਾਡੇ ਕੋਲ ਰਿਕਾਰਡ ਜਿਹੜਾ ਫਲਾਨੀ ਤਰੀਕ ਨੂੰ ਤੁਸੀਂ ਤਾਰਿਆ ਸੀ। ਤੁਹਾਡੇ ਘਰ ਚਿੱਠੀਆਂ ਆਉਣਗੀਆਂ ਕਿ ਤੁਸੀਂ ਬੋਲੋ ਨਹੀਂ ਤਾਰੀ, ਜਿਹੜਾ ਗੱਡੀ ਦਾ ਟੈਕਸ ਨਹੀਂ ਤਾਰਿਆ। ਅਤੇ ਜੇਕਰ ਤੁਹਾਡੇ ਕੋਲ ਰਸੀਦ ਨਾ ਹੋਵੇ ਪਾਗਾਮੈਂਤੋ ਦੀ, ਜਿਹੜਾ ਰਿਚੇਵੂਤਾ ਜਿਹੜਾ ਕਹਿੰਦੇ ਰਿਚੇਵੂਤਾ ਦੀ ਪਾਗਾਮੈਂਤੋ, ਉਸ ਸਿਚੁਏਸ਼ਨ ਦੇ ਵਿੱਚ ਤੁਹਾਨੂੰ ਆ ਜਿਹੜਾ ਇਹ ਜੁਰਮਾਨਾ ਹੋ ਸਕਦਾ। ਇਹ ਜਿਹੜੀ ਬੋਲੋ ਆ ਹਰ ਸਾਲ ਤਾਰਨੀ ਹੁੰਦੀ ਆ। ਹਰ ਸਾਲ ਇਹ ਬੋਲੋ ਗੱਡੀ ਦਾ ਟੈਕਸ ਦਿੰਦੇ ਆ। ਜਦੋਂ ਗੱਡੀ ਦਾ ਤਾਰਗਾ ਬਣਦਾ, ਨੰਬਰ ਪਲੇਟ ਬਣਦੀ ਆ, ਅਗਲੇ ਸਾਲ ਉਸ ਤੋਂ ਅਗਲੇ ਦਿਨ ਜਾਣੀ 365 ਦਿਨਾਂ ਦੇ ਵਿੱਚ ਇਹਨੂੰ ਤਾਰਨਾ ਹੁੰਦਾ। ਅਤੇ ਜਦੋਂ ਅਸੀਂ ਲੇਟ ਹੁੰਦੇ ਹਾਂ ਤਾਂ 0.1% ਹਰ ਰੋਜ਼ ਲੇਟ ਹੋਣ ਦਾ ਜਿਹੜਾ ਇਹਦਾ ਜੁਰਮਾਨਾ ਵੱਧਦਾ ਰਹਿੰਦਾ। ਜੇਕਰ ਜੁਰਮਾਨਾ ਜ਼ਿਆਦਾ ਵੱਧ ਜਾਵੇ, 700, 800, 900, 10, 1000, ਹਜ਼ਾਰਾਂ 'ਚ ਗੱਲ ਚੱਲ ਜਾਵੇ, ਜੇਕਰ ਕਿਸੇ ਕੋਲ 2 ਜਾਂ 3 ਗੱਡੀਆਂ ਜਾਂ ਫਿਰ 4 ਗੱਡੀਆਂ ਨੇ, ਉਸ ਸਿਚੁਏਸ਼ਨ ਦੇ ਵਿੱਚ ਇੱਕ ਵੀ ਗੱਡੀ ਦੀ ਬੋਲੋ ਨਾ ਤਾਰੀ ਹੋਵੇ ਤਾਂ ਤੁਹਾਡੇ ਘਰ ਚਿੱਠੀ ਆ ਸਕਦੀ ਹੈ, ਜਿਹਦੇ ਵਿੱਚ ਉਹ ਕਹਿਣਗੇ ਅਸੀਂ ਫੇਰਮੋ ਅਮਿਨਿਸਟ੍ਰਾਟਿਵੋ ਲਾ ਸਕਦੇ ਹਾਂ, ਜਾਂ ਫਿਰ ਉਹਨੂੰ ਗੱਡੀ ਨੂੰ ਤੋਰਨ ਹੀ ਨਹੀਂ ਦੇਣਾ। ਮਤਲਬ ਕਿ ਜਿੱਥੇ ਵੀ ਰਸਤੇ 'ਚ ਪੁਲਿਸ ਨੇ ਤੁਹਾਨੂੰ ਰੋਕਣਾ, ਉੱਥੇ ਹੀ ਤੁਹਾਡੀ ਜਿਹੜੀ ਗੱਡੀ ਆ ਉਹਨੂੰ ਰੋਕਿਆ ਜਾ ਸਕਦਾ। ਗੱਡੀ ਨੂੰ ਤੁਹਾਨੂੰ ਪੈਦਲ ਕਹਿਣਗੇ, ਜਾਂ ਕਿਸੇ ਨੂੰ ਬੁਲਾਓ, ਜਾਂ ਫਿਰ ਪੈਦਲ ਜਾਓ। ਉਸ ਤੋਂ ਬਾਅਦ ਅਗਲਾ ਅਪਡੇਟ ਆ ਰਿਹਾ ਜੀ, ਗੱਡੀਆਂ ਜਿਨ੍ਹਾਂ ਬੰਦਿਆਂ ਕੋਲ ਡੀਜ਼ਲ ਗੱਡੀਆਂ, ਉਹ ਮਾੜਾ ਜਿਹਾ ਸਾਵਧਾਨ ਰਹਿਣ। ਸਾਵਧਾਨ ਇਸ ਕਰਕੇ ਇਸ ਟਾਈਮ ਅਖਬਾਰਾਂ 'ਚ ਖਬਰਾਂ 'ਚ ਚੱਲ ਰਹੀ ਹੈ ਗੱਲ ਇੱਕ ਹੋਰ, ਕਿ ਜਿਹੜੇ ਡੀਜ਼ਲ ਗੱਡੀਆਂ ਵਾਲੇ, ਉਹਨਾਂ ਦੀਆਂ ਗੱਡੀਆਂ ਦਾ ਜਿਹੜੇ ਟੈਂਕੀਆਂ ਚੈੱਕ ਕੀਤੀਆਂ ਜਾਣਗੀਆਂ, ਉਹਨਾਂ ਦੇ ਵਿੱਚੋਂ ਸੈਂਪਲ ਲਏ ਜਾਣਗੇ। ਇਹ ਵੈਸੇ ਪਹਿਲਾਂ ਵੀ ਲਏ ਜਾਂਦੇ ਆ, ਪਰ ਹੁਣ ਇਹ ਦੱਸਿਆ ਜਾ ਰਿਹਾ ਕਿ ਕੁਛ ਜ਼ਿਆਦਾ ਕੰਮ ਵਧੂਗਾ। ਪੁਲਿਸ ਹੋ ਸਕਦਾ ਕਿਸੇ ਵੀ ਪਾਸੇ ਨਾਕਾ ਲਾ ਕੇ ਬੈਠੀ ਹੋਵੇ, ਅਤੇ ਜਦੋਂ ਤੁਸੀਂ ਉਹਨਾਂ ਦੇ ਕੋਲੋਂ ਲੰਘਣਾ ਆ ਤਾਂ ਉਹਨਾਂ ਨੇ ਤੁਹਾਡੀ ਗੱਡੀ 'ਚੋਂ ਸੈਂਪਲ ਲੈਣਾ। ਉਹ ਕਿਉਂ?
ਇਸ ਦਾ ਕਾਰਨ ਇਹ ਹੈ ਜੀ ਕਿ ਜਿਹੜਾ ਤੇਲ, ਪੈਟਰੋਲ, ਡੀਜ਼ਲ ਇਹਨਾਂ ਦੇ ਜਿਹੜੇ ਰੇਟ ਆ ਲਗਾਤਾਰ ਵੱਧਦੇ ਜਾ ਰਹੇ ਨੇ। ਜਿਸ ਤਰ੍ਹਾਂ ਕਿ 2008 ਦੇ ਵਿੱਚ ਮੰਦੀ ਆਈ ਸੀ, ਉਸੇ ਤਰ੍ਹਾਂ ਹੁਣ ਮੰਦੀ ਆਈ ਹੈ ਜੀ। ਪਹਿਲਾਂ ਕੋਵਿਡ ਦੇ ਕਾਰਨ ਆਈ ਹੈ, ਜਿਸ ਟਾਈਮ ਲੋਕਡਾਊਨ ਲੱਗੀ ਗਏ। ਹੁਣ ਰਸ਼ੀਆ ਅਤੇ ਯੂਕਰੇਨ ਦੀ ਜਿਹੜੀ ਜੰਗ ਆ, ਇਸ ਦੇ ਕਾਰਨ ਇੱਕ ਵਾਰ ਫਿਰ ਮੰਦੀ ਚੱਲ ਰਹੀ ਹੈ। ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਤਕਰੀਬਨ ਇਟਲੀ ਦੇ ਵਿੱਚ 50 ਲੱਖ ਇਹੋ ਜਿਹੇ ਬੰਦੇ ਆ ਜਿਹੜੇ ਸੋਤੋ ਲਾ ਸੋਲੀਆ ਦੀ ਪੋਵਰਤਾ, ਜਿਹੜੇ ਇਟਲੀ ਦੇ ਹਿਸਾਬ ਦੇ ਨਾਲ ਜਿਨ੍ਹਾਂ ਨੂੰ 500 ਯੂਰੋ ਤੋਂ ਘੱਟ ਕਮਾਉਂਦੇ ਨੇ, 500-550 ਯੂਰੋ ਤੋਂ ਘੱਟ ਮਹੀਨੇ ਦਾ ਕਮਾਉਂਦੇ ਨੇ। ਅਤੇ ਉਸ ਸਿਚੁਏਸ਼ਨ ਦੇ ਵਿੱਚ ਜੇਕਰ ਉਹਨਾਂ ਤੋਂ ਗੱਡੀਆਂ, ਤਾਂ ਗੱਡੀਆਂ ਦੇ ਵਿੱਚ ਤੇਲ ਕਿੱਥੋਂ ਪਾਉਂਦੇ ਆ। ਦੇਖੋ, ਤੇਲ ਅਤੇ ਡੀਜ਼ਲ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ, ਇਹਨਾਂ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਤੇਲ ਆ ਜਿਹੜੇ ਵਰਤੇ ਜਾ ਸਕਦੇ ਨੇ, ਜਿੱਦਾਂ ਕਿ ਮੱਕੀ ਦਾ ਤੇਲ, ਛੱਲੀ ਦਾ ਤੇਲ, ਜਾਂ ਫਿਰ ਹੋਰ ਸਰੋਂ ਦਾ ਤੇਲ, ਜਾਂ ਓਲੀਓ ਦੀ ਕੋਲਸਾ। ਇਹਨਾਂ ਨੂੰ ਵਰਤ ਕੇ ਇਹਨਾਂ ਦੇ ਨਾਲ ਜਿਹੜੀਆਂ ਗੱਡੀਆਂ ਤਾਂ ਚੱਲਦੀਆਂ ਨੇ, ਮੋਟਰ ਵੀ ਚੱਲਦੀ ਹੈ, ਤੁਸੀਂ ਚਲਾ ਵੀ ਸਕਦੇ, ਪਰ ਪ੍ਰੋਬਲਮਾਂ ਇਹਨਾਂ ਦੇ ਵਿੱਚ ਦੋ ਨੇ। ਸਭ ਤੋਂ ਪਹਿਲੀ ਗੱਲ, ਜਿਸ ਟਾਈਮ ਅਸੀਂ ਓਲੀ ਵੇਜੀਟਾਲੀ ਜਿਹੜੀ ਜਾਂ ਓਲੀ ਅਗਰੀਕੋਲੀ ਯੂਜ਼ ਕਰਦੇ ਹਾਂ, ਓਲੀਓ ਇਹ ਜਿਹੜੇ ਜ਼ਿਆਦਾਤਰ ਅਸੀਂ ਕਰਦੇ ਹਾਂ ਵੇਹੀਕੁਲੀ ਅਗਰੀਕੁਲੀ, ਜੋ ਗੱਡੀਆਂ, ਟਰੈਕਟਰ ਹੋ ਗਏ, ਕੰਪੈਨਾਂ ਹੋ ਗਈਆਂ, ਇਹਨਾਂ ਦੇ ਵਿੱਚ ਵਰਤਣ ਦੇ ਲਈ ਹੁੰਦੇ, ਜਿਹਨੂੰ ਅਸੀਂ ਕਹਿੰਦੇ ਹਾਂ ਜੀ ਟਰੈਕਟਰਾਂ ਵਾਲਾ ਤੇਲ। ਹਾਂਜੀ, ਸੌਖੇ ਮਾਇਨੇ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ, ਜੇਕਰ ਟਰੈਕਟਰਾਂ ਵਾਲਾ ਤੇਲ ਗੱਡੀਆਂ ਦੇ ਵਿੱਚ ਪਾ ਕੇ ਚਲਾਈਏ ਤਾਂ ਉਹ ਸਾਨੂੰ ਸਸਤਾ ਪੈਣਾ ਅਤੇ ਉਹਦੇ ਨਾਲ ਸਾਡੀਆਂ ਗੱਡੀਆਂ ਵੀ ਚੱਲਣੀਆਂ। ਪ੍ਰੋਬਲਮ ਕੀ ਆ ਜੀ, ਇਹਦੇ ਨਾਲ ਕੀ ਹੁੰਦਾ, ਕੁਛ ਟਾਈਮ ਵਰਤੋਂ ਤੋਂ ਬਾਅਦ ਗੱਡੀਆਂ ਦੇ ਇੰਜਣ ਬੈਠ ਸਕਦੇ, ਇੰਜਣ ਖਰਾਬ ਹੋ ਸਕਦੇ ਆ। ਇਸ ਕਰਕੇ ਤੁਹਾਡੀ ਜਿਹੜੀ ਗੱਡੀ ਆ ਸਾਰੀ ਬੇਕਾਰ ਹੋ ਸਕਦੀ ਹੈ। ਸਾਲ 2 ਸਾਲ ਬਾਅਦ ਹੋ ਸਕਦਾ ਕਿ ਖਰਾਬ ਹੋ ਜਾਏ, ਇਹ ਵੀ ਹੋ ਸਕਦਾ 10 ਸਾਲ ਚੱਲਦੀ ਰਹੇ ਜੇਕਰ ਤੁਸੀਂ ਵਿੱਚ ਫਿਲਟਰ ਨਾ ਪਵਾਏ ਹੋਣ। ਪਰ ਇਸ ਤੋਂ ਵੀ ਵੱਡੀ ਗੱਲ ਕੀ ਹੈ ਜੀ, ਜਿਹੜਾ ਤੇਲ ਟਰੈਕਟਰਾਂ ਵਾਲਾ ਤੇਲ ਹੁੰਦਾ, ਇਹ ਸਬਸਿਡੀ ਨਾਲ ਮਿਲਿਆ ਹੁੰਦਾ, ਜਾਂ ਫਿਰ ਛੱਲੀ ਦਾ ਜਿਹੜਾ ਤੇਲ ਆ, ਜਾਂ ਸਰੋਂ ਦਾ ਤੇਲ ਆ। ਇਹ ਜਿਹੜੇ ਤੇਲ ਆ, ਇਹਨਾਂ 'ਤੇ ਨਾ ਹੀ ਈਵਾ ਹੁੰਦਾ, ਨਾ ਹੀ ਕਿਸੇ ਤਰ੍ਹਾਂ ਦਾ ਟੈਕਸ ਹੁੰਦਾ। ਚੀਜ਼ ਹੈ ਮਤਲਬ ਜੀ, ਇਹਨਾਂ ਤੇਲਾਂ ਦੇ ਉੱਤੇ ਸਰਕਾਰ ਵੱਲੋਂ ਲਾਈਆਂ ਗਈਆਂ ਜਿਹੜੇ ਹੋਰ ਟੈਕਸ ਨੇ ਉਹ ਨਹੀਂ ਹੁੰਦੇ, ਜਿਸ ਕਾਰਨ ਇਹ ਤੁਹਾਨੂੰ ਬਹੁਤ ਸਸਤਾ ਮਿਲਦਾ। ਅਤੇ ਜੇਕਰ ਤੁਸੀਂ ਇਸ ਤੇਲ ਨੂੰ ਵਰਤ ਕੇ ਆਪਣੀ ਗੱਡੀ ਚਲਾਉਂਦੇ ਆ ਤਾਂ ਉਸ ਸਿਚੁਏਸ਼ਨ ਦੇ ਵਿੱਚ ਕੀ ਹੁੰਦਾ ਜੀ, ਤੁਸੀਂ ਸਰਕਾਰ ਨੂੰ ਦੇ ਰਹੇ ਹੋ ਧੋਖਾ, ਸਰਕਾਰ ਦੇ ਨਾਲ ਫਰੋਡ ਕਰ ਰਹੇ ਹੋ, ਅਤੇ ਡੀਜ਼ਲ ਸਰਕਾਰ ਤੋਂ ਨਹੀਂ ਖਰੀਦ ਰਹੇ, ਜਿਹਦੇ ਵਿੱਚ ਉਹ ਤੁਹਾਨੂੰ ਟੈਕਸ ਲਾ ਕੇ ਦੇ ਰਹੀ ਹੈ, ਅਤੇ ਤੁਸੀਂ ਇੱਕ ਸਸਤਾ ਤੇਲ ਯੂਜ਼ ਕਰ ਰਹੇ ਹੋ ਆਪਣੇ ਫਾਇਦੇ ਲਈ। ਅਤੇ ਜੇ ਉਹ ਵਿੱਚ ਆ ਜਾਂਦਾ ਹੈ ਤਾਂ ਉਸ ਸਿਚੁਏਸ਼ਨ ਦੇ ਵਿੱਚ ਜਿਹੜੇ ਤੁਹਾਡੇ ਜੁਰਮਾਨੇ 'ਤੇ ਗੱਡੀਆਂ ਜ਼ਬਤ ਕੀਤੀਆਂ ਜਾ ਸਕਦੀਆਂ। ਕਾਫੀ ਵੀਰ ਆਪਣੇ ਯੂਜ਼ ਕਰਦੇ ਆ ਇਸ ਤੇਲ ਨੂੰ, ਪਰ ਇਹ ਜਿਹੜਾ ਤੇਲ ਆ ਯੂਜ਼ ਕਰਨਾ ਖਤਰਨਾਕ ਆ। ਉਸ ਤੋਂ ਬਾਅਦ ਆਪਣੇ ਵੀਰ ਸਾਨੂੰ ਪੁੱਛ ਰਹੇ ਨੇ ਕਿ ਸ਼ੇਅਰ ਮਾਰਕੀਟ ਬਾਰੇ ਵੀ ਦੱਸੋ। ਦੇਖੋ ਜੀ, ਸ਼ੇਅਰ ਮਾਰਕੀਟ ਥੋੜ੍ਹਾ ਜਿਹਾ ਪਿਛਲੇ ਹਫ਼ਤੇ ਅੱਗੇ ਗਈ ਸੀ। ਬਿਟਕੋਇਨ ਦਾ ਰੇਟ ਆ ਤਕਰੀਬਨ 44-45 ਹਜ਼ਾਰ ਤੱਕ ਪਹੁੰਚਿਆ ਸੀ। ਹੁਣ ਇੱਕ ਵਾਰ ਫਿਰ 40 ਹਜ਼ਾਰ 'ਤੇ ਆ ਗਿਆ, ਅਤੇ ਹੁਣ 38-39 ਤੱਕ ਜਾ ਸਕਦਾ, ਜਿਸ ਹਿਸਾਬ ਨਾਲ ਥੱਲੇ ਇਹ ਡਿੱਗ ਰਿਹਾ। ਅਤੇ ਇਸ ਹਿਸਾਬ ਦੇ ਨਾਲ ਜੇਕਰ ਦੇਖੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਇਨਵੈਸਟਮੈਂਟ ਕਰਨੀ ਕ੍ਰਿਪਟੋ ਕਰੰਸੀ ਦੇ ਵਿੱਚ ਬਹੁਤ ਵਧੀਆ। ਇਹ ਜਿਹੜੀ ਲੜਾਈ ਆ, ਜਿੰਨਾ ਟਾਈਮ ਲੜਾਈ ਇਹ ਯੂਕਰੇਨ ਅਤੇ ਰਸ਼ੀਆ ਦੀ ਚੱਲੀ ਜਾਣੀ ਆ, ਉਨਾ ਟਾਈਮ ਸ਼ੇਅਰ ਮਾਰਕੀਟ ਥੱਲੇ ਰਹਿਣੀ ਹੈ। ਜੇਕਰ ਇਹਨਾਂ ਦਿਨਾਂ 'ਚ ਤੁਸੀਂ ਇਨਵੈਸਟਮੈਂਟ ਕਰਦੇ ਹੋ ਤਾਂ ਹੋ ਸਕਦਾ ਕਿ ਤੁਹਾਡੀ ਜਿਹੜੀ ਇਨਵੈਸਟਮੈਂਟ ਆ ਡਬਲ ਜਾਂ ਫਿਰ ਟਰਬਲ 3 ਗੁਣਾ ਵੱਧ ਜਾਏ। ਅਗਲੇ ਅਪਡੇਟ ਵੱਲ ਚੱਲਦੇ ਹਾਂ ਜੀ। ਅੱਜ ਜਿਹੜਾ ਰਸ਼ੀਆ ਅਤੇ ਯੂਕਰੇਨ ਦੀ ਜੇ ਅਸੀਂ ਗੱਲ ਕਰੀਏ ਤਾਂ 47ਵਾਂ ਦਿਨ, ਅਤੇ ਹੁਣ ਤੱਕ ਇਹਨਾਂ ਦਾ ਸਮਝੌਤਾ ਹੋਣ ਦੀ ਕੋਈ ਵੀ ਗੁੰਜਾਇਸ਼ ਨਹੀਂ ਦਿਸ ਰਹੀ। ਜਿਹੜੀਆਂ ਹਵਾਵਾਂ ਦੋਨੇ ਪਾਸਿਓਂ ਗਰਮ ਹੀ ਚੱਲ ਰਹੀਆਂ ਨੇ। ਹਾਂਜੀ, ਇਹ ਜ਼ਰੂਰ ਆ ਕਿ ਆਸਟਰੀਆ ਦਾ ਜਿਹੜਾ ਪ੍ਰਧਾਨ ਸੀ ਪੁਤਿਨ ਦੇ ਨਾਲ ਗੱਲਬਾਤ ਕੀਤੀ, ਪਰ ਉਹ ਕਹਿੰਦਾ ਜੀ ਕਿ ਸਾਡੀ ਗੱਲਬਾਤ ਦਾ ਕੋਈ ਵੀ ਸਿੱਟਾ ਨਹੀਂ ਨਿਕਲਿਆ। ਉੱਧਰ ਹੀ ਚਾਈਨਾ ਨੇ ਵੀ ਧਮਕੀ ਦਿੱਤੀ ਅਮਰੀਕਾ ਨੂੰ। ਧਮਕੀ ਕਹਿ ਲਓ, ਚੇਤਾਵਨੀ ਕਹਿ ਲਓ, ਜਾਂ ਫਿਰ ਸਾਵਧਾਨ ਕਰ ਦਿੱਤਾ। ਉਹਨੇ ਕਿਹਾ ਜੀ ਕਿ ਤੁਸੀਂ ਨਾਟੋ ਵਾਲਿਓ, ਤੁਸੀਂ ਅਮਰੀਕਾ ਵਾਲਿਓ, ਯੂਰਪ ਦੇ ਵਿੱਚ ਤਾਂ ਤੁਸੀਂ ਘਸਮਾਨ ਪਾਤਾ, ਪਰ ਏਸ਼ੀਆ ਦੇ ਵਿੱਚ ਜਾਂ ਫਿਰ ਦੁਨੀਆ ਦੇ ਵਿੱਚ ਘਮਸਾਨ ਪਾਉਣ ਦੀ ਯੁੱਧ ਨਾ ਕਰੋ। ਉਹ ਕਾਰਨ ਇਹ ਹੈ ਜੀ ਕਿ ਅਮਰੀਕਾ ਵਾਲੇ ਕਹਿ ਰਹੇ ਨੇ ਕਿ ਅਸੀਂ ਰਸ਼ੀਆ 'ਤੇ ਪਾਬੰਦੀਆਂ ਲਾ ਰਹੇ ਹਾਂ, ਤੇਲ ਨਹੀਂ ਖਰੀਦਣਾ। ਅਮਰੀਕਾ ਕਹਿੰਦਾ ਮੈਂ ਨਹੀਂ ਖਰੀਦਣਾ, ਯੂਰਪ ਕਹਿੰਦਾ ਮੈਂ ਨਹੀਂ ਖਰੀਦਣਾ, ਪਰ ਏਸ਼ੀਆ ਦੇ ਵਿੱਚ ਜਿੰਨੇ ਵੀ ਦੇਸ਼ ਨੇ ਉਹ ਸਸਤਾ ਤੇਲ ਖਰੀਦ ਰਹੇ ਆ। ਚਾਈਨਾ ਦੇ ਵਿਦੇਸ਼ ਮੰਤਰੀ ਨੇ ਤਾਂ ਕਹਿ ਦਿੱਤਾ ਜੀ, ਕਹਿੰਦਾ ਜੀ ਤੁਸੀਂ ਜਿੰਨਾ ਵੀ ਰੌਲਾ ਰੱਪਾ ਪਾਉਣਾ ਯੂਰਪ ਅਤੇ ਅਮਰੀਕਾ ਦੇ ਵਿੱਚ ਪਾ ਲਓ, ਏਸ਼ੀਆ ਨੂੰ ਅਤੇ ਬਾਕੀ ਦੇਸ਼ਾਂ ਨੂੰ ਆਪਣੀ ਮਰਜ਼ੀ ਕਰ ਲੈਣ ਦਿਓ। ਅਤੇ ਉੱਧਰ ਜੇ ਅਸੀਂ ਗੱਲ ਕਰੀਏ ਤਾਂ ਇਸ ਟਾਈਮ ਇਸ ਲੜਾਈ ਦੇ ਵਿੱਚ, ਜੰਗ ਦੇ ਵਿੱਚ ਤਕਰੀਬਨ 1842 ਜਿਹੜੇ ਨਿਰਦੋਸ਼ ਸਿਵੀਲੀਅਨ ਆ, ਇਹਨਾਂ ਦੀ ਮੌਤ ਹੋ ਚੁੱਕੀ ਆ, ਜਿਨ੍ਹਾਂ ਦੇ ਵਿੱਚੋਂ 70 ਤੋਂ ਵੱਧ ਜਿਹੜੇ ਬੱਚੇ ਨੇ
ਅਤੇ ਕਾਫੀ ਇਹ ਤਾਂ ਸਿਰਫ ਜਿਹੜੇ ਰਜਿਸਟਰ ਨੇ ਹੁਣ ਤੱਕ, ਜਿਨ੍ਹਾਂ ਨੂੰ ਰਜਿਸਟਰ ਨਹੀਂ ਕੀਤਾ ਉਹ ਹੋ ਸਕਦਾ ਉਹਨਾਂ ਦੀ ਗਿਣਤੀ ਇਹਨਾਂ ਤੋਂ ਵੀ ਵੱਧ ਹੋਵੇ। ਇਹਦੇ ਨਾਲ ਜੋ ਹੁਣ ਤੱਕ ਦੀਆਂ ਖਬਰਾਂ ਨੇ ਇਹ ਸਮਾਪਤ ਹੁੰਦੀਆਂ ਨੇ ਜੀ। ਇੱਕ ਗੱਲ ਜ਼ਰੂਰ ਆ ਕਿ ਜਿਹੜੇ ਕੀਵ ਦੇ ਵਿੱਚ ਇੰਟੈਲੀਜੈਂਸ ਆ ਉਹ ਕਹਿ ਰਿਹਾ ਕਿ ਰਸ਼ੀਆ ਦੇ ਬੰਦੇ ਬੱਚਿਆਂ ਨੂੰ ਪੈਸੇ ਦੇ ਰਹੇ ਨੇ ਉੱਥੇ ਦੀਆਂ ਇਨਫੋਰਮੇਸ਼ਨਾਂ ਕੱਢਣ ਦੇ ਲਈ। ਯੂਕਰੇਨ ਦੀ ਫੌਜ ਵੀ ਤਿਆਰ ਆ ਲੜਾਈ ਦੇ ਲਈ। ਕਹਿੰਦੇ ਜੀ ਕਿ ਅਸੀਂ ਫਾਈਨਲ ਲੜਾਈ ਕਰਨ ਲਈ ਤਿਆਰ ਹਾਂ, ਸਾਡੇ ਕੋਲ ਹਥਿਆਰ ਹਨ ਪਰ ਸਾਡੇ ਕੋਲ ਗੋਲੀਆਂ ਮੁੱਕ ਗਈਆਂ। ਪਰ ਉੱਥੇ ਦੇ ਜਿਹੜੇ ਵੀ ਚਿੱਤਰਕਾਰ ਆ ਜਾਂ ਫਿਰ ਕੁੱਕ ਵਾ, ਸਾਰੇ ਦੇ ਸਾਰੇ ਹੁਣ ਇਸ ਟਾਈਮ ਲੜਾਈ ਦੇ ਵਿੱਚ ਲੜ ਰਹੇ ਨੇ। ਸਾਰੇ ਹੀ ਬੰਦੇ ਹਥਿਆਰ ਜਾ ਕੇ ਲੜ ਰਹੇ ਨੇ। ਮਿਲਦੇ ਹਾਂ ਜੀ ਅਗਲੇ ਅਪਡੇਟ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।